जीत कौर टीवी देखने वाले सारे ही व्यूअर्स ਨੂੰ ਮੈਂ ਵੈਲਕਮ ਕਰਦੀ ਹਾਂ। ਥੈਂਕ ਯੂ ਸੋ ਵੈਰੀ ਮੱਚ ਫॉर ਵਾਚਿੰਗ ਮਾਈ ਵੀਡੀਓਜ਼। ਜਿਨ੍ਹਾਂ ਲੋਕਾਂ ਨੇ ਵੀ ਮੇਰੇ ਵੀਡੀਓ ਦੇਖੇ ਨੇ ਐਂਡ ਮੇਰੇ ਥਾਟਸ ਨੂੰ ਐਪਰੀਸ਼ੀਏਟ ਕੀਤਾ ਹੈ, ਮੈਂ ਥੈਂਕਫੁਲ ਹਾਂ ਉਹਨਾਂ ਲਈ। ਐਂਡ ਸ਼ਾਇਦ ਮੈਂ ਇਹ ਵੀਡੀਓ ਵੀ ਇਸੇ ਲਈ ਬਣਾ ਰਹੀ ਹਾਂ। ਐਂਡ ਦੂਸਰੀ ਜਿਹੜੀ ਚੀਜ਼ ਹੈ ਕਿ ਈਅਰ 2020 ਇੱਕ ਬਹੁਤ ਹੀ ਪ੍ਰੀਖਿਆ ਭਰਿਆ ਈਅਰ ਸੀਗਾ ਐਂਡ ਅਸੀਂ ਸਾਰਿਆਂ ਨੇ ਉਹ ਪ੍ਰੀਖਿਆ ਦਿੱਤੀ ਹੈ। ਔਰ 2021 ਆਉਣ ਤੋਂ ਪਹਿਲੇ ਹੀ SARS-2 ਜੋ ਕਿ COVID-19 ਦਾ ਐਡਵਾਂਸ ਵਰਜ਼ਨ ਹੈ ਉਹ ਦੁਨੀਆ 'ਚ ਪੈਰ ਰੱਖ ਚੁੱਕਿਆ ਹੈ। ਤਾਂ ਚਲੋ ਅੱਜ ਇੱਕ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਪਰਿਵਾਰ ਸੁਖੀ ਸ਼ਾਂਤੀ ਨਾਲ, ਤੰਦਰੁਸਤੀ ਨਾਲ ਤੇ ਕਾਮਯਾਬੀ ਨਾਲ 2021 ਨੂੰ ਪਾਰ ਕਰਕੇ 2022 'ਚ ਜਾਣ। ਮੈਂ ਚਾਹੁੰਦੀ ਹਾਂ ਕਿ ਸਾਰੇ ਹੀ ਆਪਣੀ ਸਿਹਤਾਂ ਦੇ ਖਿਆਲ ਰੱਖੋ। ਬਾਕੀ ਜਿਹੜੀ ਗੱਲ ਹੈ ਚੈਨਲ ਦੀ, ਤਾਂ ਜੀਤ ਕੌਰ ਟੀਵੀ ਚੈਨਲ ਦਾ ਹਰਨੇਕ ਸਿੰਘ ਚੈਨਲ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਹੁਣ ਤੁਸੀਂ ਇੱਕ ਚੀਜ਼ ਦਾ ਓਬਜੈਕਸ਼ਨ ਕਰਦੇ ਹੋ ਕਿ ਹਰਨੇਕ ਸਿੰਘ ਬਹੁਤ ਹੀ ਭੱਦੀ ਸ਼ਬਦਾਵਲੀ ਬੋਲਦਾ ਸੀਗਾ ਐਂਡ ਉਹਦੇ ਹੀ ਇਲਾਵਾ ਜਦ ਤੁਸੀਂ ਮੇਰੇ ਵੀਡੀਓਜ਼ ਦੇ ਥੱਲੇ ਭੱਦੀ ਲੈਂਗੁਏਜ ਯੂਜ਼ ਕਰ ਰਹੇ ਹੋ ਤਾਂ ਫਿਰ ਤੁਹਾਡੇ 'ਚ ਔਰ ਉਹਦੇ 'ਚ ਡਿਫਰੈਂਸ ਕੀ ਹੈ, ਮੈਨੂੰ ਜਰਾ ਉਹ ਜ਼ਰੂਰ ਤੁਸੀਂ ਦੱਸਿਓ। ਕਿਉਂਕਿ ਇੱਕ ਬੰਦਾ ਹੈ ਜਿਹੜੀ ਫੇਕ ਆਈਡੀਆਂ, ਜਿੰਨੀਆਂ ਵੀ ਫੇਕ ਆਈਡੀਆਂ ਨੇ, ਉਹ ਆਈਡੀਆ ਵਾਲੇ ਇੱਕ ਤੁਹਾਡੇ ਅੱਗੇ ਪ੍ਰਾਰਥਨਾ ਹੈ, ਰਿਕੁਐਸਟ ਹੈ ਕਿ ਆਪਣੀ ਰੀਅਲ ਆਈਡੀ ਤੋਂ ਆ ਕੇ ਕਮੈਂਟ ਕਰੋ। ਤਾਂ ਬਹੁਤ ਵੱਡੀ ਗੱਲ ਨਹੀਂ ਹੈ ਕਿ ਮੈਨੂੰ ਕੋਈ ਮੈਂ ਕਮੈਂਟ ਡਿਸੇਬਲ ਕਰ ਦਾਂਗੀ ਜਾਂ ਮੈਂ ਤੁਹਾਡੇ ਕੋਲੋਂ ਡਰ ਜਾਵਾਂਗੀ, ਕਿਉਂਕਿ ਮੈਂ ਕੁਝ ਗਲਤ ਕਹਿ ਹੀ ਨਹੀਂ ਰਹੀ, ਨਾ ਧਰਮ ਦੇ ਬਾਰੇ, ਨਾ ਗੁਰੂਆਂ ਦੇ ਬਾਰੇ, ਨਾ ਕਿਸੇ ਚੀਜ਼ ਬਾਰੇ। ਜੋ ਚੀਜ਼ ਗਲਤ ਲੱਗ ਰਹੀ ਹੈ ਮੈਨੂੰ ਦੇਖਣ 'ਚ, ਉਹੀ ਚੀਜ਼ ਮੈਂ ਗਲਤ ਕਰ ਰਹੀ ਹਾਂ, ਬੋਲ ਰਹੀ ਹਾਂ, ਗਲਤ ਨੂੰ ਗਲਤ ਬੋਲ ਰਹੀ ਹਾਂ। ਤਾਂ ਤੁਸੀਂ ਮੈਨੂੰ ਦੱਸੋ, ਜਿਹੜੇ ਪੰਥ ਦੇ ਦੋਖੀ ਦੇ ਨਾਂ 'ਤੇ ਜਿਹੜੇ ਪਿਛਲੇ 4 ਵੀਡੀਓਜ਼ 'ਤੇ ਕਮੈਂਟ ਕੀਤੇ ਐਂਡ ਉਹਦੇ ਬਾਅਦ 'ਚ ਮੈਂ ਉਹਨਾਂ ਨੂੰ ਬਲੌਕ ਕਰ ਦਿੱਤਾ। ਬਲੌਕ ਕਰਨ ਦੇ ਬਾਅਦ ਜਿਹੜਾ ਹੈ ਫਿਰ ਵੀ ਉਹਨੇ ਬੰਦੇ ਨੇ ਤਕਰੀਬਨ 500-600 ਕਮੈਂਟਾਂ ਦੇ ਥੱਲੇ ਜਾ ਕੇ ਇਹ ਚੀਜ਼ ਲਿਖੀ ਕਿ ਮੈਂ ਇਸ ਜਨਾਨੀ ਨੂੰ ਸਵਾਲ ਪੁੱਛਿਆ ਸੀ ਕਿ ਹਰਨੇਕ ਸਿੰਘ ਗੁਰੂਆਂ ਦੇ ਬਾਰੇ ਗਲਤ ਬੋਲਦਾ ਹੈ, ਹਰਨੇਕ ਸਿੰਘ ਦੀਪ ਸਿੰਘ ਦੇ ਬਾਰੇ ਗਲਤ ਬੋਲਦਾ ਹੈ, ਹਰਨੇਕ ਸਿੰਘ ਸਾਰਿਆਂ ਦੇ ਬਾਰੇ ਗਲਤ ਬੋਲ ਰਿਹਾ ਹੈ। ਤੇ ਇਹਨਾਂ ਨੇ ਇੱਕ ਕੁਐਸਚਨ ਮੇਰੇ ਕੋਲੋਂ ਪੁੱਛਿਆ ਕਿ ਤੁਸੀਂ KPS ਗਿੱਲ ਬਾਰੇ ਤੁਹਾਡੀ ਕੀ ਸੋਚ ਹੈ। ਤਾਂ ਮੈਂ ਤੁਹਾਨੂੰ ਪੁੱਛਣੀ ਆ, ਫੇਕ ਆਈਡੀ, ਪੰਥ ਦੇ ਦੋਖੀ, ਤੁਸੀਂ ਹਰ ਜਗ੍ਹਾ ਸਵਾਲ ਉਠਾਉਣ ਲਈ ਨਾ ਗੁਰਦੁਆਰਿਆਂ ਦੇ ਵਿੱਚ ਪੰਥ ਦਾ ਨਾਮ ਲੈ ਕੇ ਤੇ ਗੁਰੂਆਂ ਦਾ ਨਾਮ ਲੈ ਕੇ ਜਿਹੜੇ ਸਵਾਲ ਪੁੱਛਣੇ ਹੁੰਦੇ ਆ ਨਾ, ਤਾਂ ਫਿਰ ਤੁਹਾਨੂੰ ਗੁਰੂ ਨਾਲ ਇੰਨਾ ਹੀ ਪਿਆਰ ਹੈ ਨਾ, ਫਿਰ ਗੁਰੂ ਨੂੰ ਪਿੱਛੇ ਛੱਡ ਕੇ ਆਪਣਾ ਨਾਮ ਲੈ ਕੇ ਅੱਗੇ ਆਓ। ਕਿਉਂਕਿ ਤੁਹਾਡਾ ਜਿੱਥੇ ਨਾਮ ਹੋਏਗਾ ਨਾ ਤੁਹਾਨੂੰ ਜਵਾਬ ਸਹੀ ਮਿਲਣਗੇ ਉਦੋਂ। ਕਿਉਂਕਿ ਤੁਸੀਂ ਭੜਕਾਓ ਨਾ ਦੁਨੀਆ ਨੂੰ, ਮੈਂ ਨਹੀਂ ਭੜਕਾ ਰਹੀ, ਦੁਨੀਆ ਨੂੰ ਤੁਸੀਂ ਭੜਕਾ ਰਹੇ ਹੋ। ਠੀਕ ਹੈ, ਜੇ ਤੁਹਾਡਾ ਨਾਮ ਦਿੱਤਾ ਹੈ ਤੁਹਾਡੇ ਰੱਬ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣਾ ਨਾਮ ਨਾਂ ਕਢਵਾਇਆ ਸੀ, ਤੁਹਾਡਾ ਕੋਈ ਨਾਂ ਤੇ ਹੋਏਗਾ ਨਾ। ਪੰਥ ਦੇ ਦੋਖੀ ਕਾਹਦੇ ਲਈ ਨਾਂ ਰੱਖਿਆ? ਅਸੀਂ ਆਪਣੇ ਗੁਰੂ ਦੀ ਗੱਲ ਕਰ ਰਹੇ ਹਾਂ, ਆਪਣੇ ਗੁਰੂ ਦਾ ਸਾਥ ਦੇ ਰਹੇ ਹਾਂ, ਗੁਰੂ ਦੀ ਸਪੋਰਟ ਕਰ ਰਹੇ ਹਾਂ। ਤੁਸੀਂ ਆਪਣੇ ਢੰਗ ਨਾਲ ਕਰ ਰਹੇ ਹੋ, ਅਸੀਂ ਆਪਣੇ ਢੰਗ ਨਾਲ ਕਰ ਰਹੇ ਹਾਂ, ਤਾਂ ਕਰਨ ਦਿਓ ਸਾਨੂੰ, ਜਦ ਤੁਸੀਂ ਨਹੀਂ ਰੋਕ ਰਹੇ। ਤੁਸੀਂ ਮੈਨੂੰ ਦੱਸੋ, ਪੰਥ ਦੇ ਦੋਖੀ ਸੋ ਕਾਲਡ ਫੇਕ ਆਈਡੀ ਜੋ ਮੈਂ ਬਲੌਕ ਕਰਤੀ ਹੈ ਐਂਡ ਤੁਸੀਂ ਇਹ ਵੀ ਕਿਹਾ ਹੈ ਕਿ ਮੈਂ ਦੂਜੀ ਆਈਡੀ ਬਣਾ ਕੇ ਇਹਦੀ ਆਈਡੀ 'ਚ ਆਇਆ, ਤੁਹਾਨੂੰ ਸ਼ਰਮ ਹੈਗੀ ਨਹੀਂ ਹੈਗੀ? ਜੇ ਕਿਸੇ ਨੇ ਆਪਣੇ ਘਰ ਕਿਸੇ ਨੂੰ ਨਾ ਵਾੜਨਾ ਹੋਏ ਤੇ ਬੂਹਾ ਬੰਦ ਕਰ ਦਿੰਦੇ ਨੇ, ਉਹਨੂੰ ਐਂਟਰੀ ਨਹੀਂ ਦਿੰਦੇ, ਤਾਂ ਫਿਰ ਤੁਸੀਂ ਦੂਸਰਾ ਰੂਪ ਧਾਰਨ ਕਰਕੇ ਆਓਗੇ ਉਸ ਆਈਡੀ 'ਚ ਥੱਲੇ ਲਿਖਣ ਵਾਸਤੇ। ਪਹਿਲੀ ਗੱਲ ਤੁਸੀਂ ਮੈਨੂੰ, ਮੈਂ ਤੁਹਾਨੂੰ ਤੁਸੀਂ ਕਹਿ ਰਹੀ ਹਾਂ, ਤੁਸੀਂ ਮੈਨੂੰ ਕਿੱਦਾਂ ਯੂਜ਼ ਕੀਤਾ ਕਿ ਇਹ ਜਨਾਨੀ, ਕਿ ਮੈਂ ਤੇਰੀ ਜਨਾਨੀ ਆ? ਕਿੱਦਾਂ ਦੀ ਸ਼ਬਦਾਵਲੀ ਤੁਸੀਂ ਯੂਜ਼ ਕਰਦੇ ਹੋ? ਫਿਰ ਵਿੱਚ ਤੁਸੀਂ ਲੈ ਕੇ ਆਉਂਦੇ ਹੋ ਗੁਰੂਆਂ ਦੇ ਨਾਮ, ਤਾਂ ਕਿ ਜਨਤਾ ਭੜਕੇ, ਤਾਂ ਕਿ ਜਿਹੜੇ ਰੱਖੇ ਹੋਏ ਨੇ ਤੁਹਾਡੇ ਬੰਦੇ ਉਹ ਭੜਕਣ। ਤਾਂ ਸੋਚ ਸਮਝ ਕੇ ਤੁਸੀਂ ਕੁਝ ਬੋਲਿਆ ਕਰੋ, ਤੁਹਾਡੇ ਦੁਸ਼ਮਣ ਨਹੀਂ ਆ। ਇੰਨੀ ਵੱਡੀ ਜ਼ਿੰਦਗੀ ਸਿੱਖ ਧਰਮ 'ਚ ਜਿੰਦਾ ਰਹੇ ਆ ਹੁਣ ਤੱਕ, ਤੇ ਹੁਣ ਜੋ ਗਲਤ ਨਜ਼ਰ ਆ ਰਿਹਾ ਨਾ ਉਹਦੇ ਖਿਲਾਫ ਹੀ ਬੋਲ ਰਹੇ ਹਾਂ ਕਿ ਆਪਸ 'ਚ ਭਰਾਓ, ਤੁਸੀਂ ਸਿੰਘ ਵੱਜਦੇ ਹੋ, ਆਪਸ 'ਚ ਨਾ ਲੜੋ ਔਰ ਜਨਤਾ ਨੂੰ ਨਾ ਭੜਕਾਓ। ਜਨਤਾ, ਤੁਸੀਂ ਹਰ ਪੰਜਾਬ ਦਾ ਹਰ ਬੰਦਾ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰਨਾ ਚਾਹੁੰਦਾ ਹੈ, ਤੇ ਬਾਹਰ ਜਾ ਕੇ ਜਦ ਤੁਸੀਂ ਉਹ ਰੂਲਸ ਐਂਡ ਰੈਗੂਲੇਸ਼ਨ ਅਪਣਾ ਲੈਂਦੇ ਹੋ ਕਿ ਡਰਾਈਵਿੰਗ ਵੀ ਸਹੀ ਕਰਦੇ ਹੋ, ਕਿ ਪੁਆਇੰਟ ਲੱਗਦੇ ਨੇ ਔਰ 3 ਵਾਰ ਚਾਂਸ ਮਿਲਣ ਤੋਂ ਬਾਅਦ ਲਾਇਸੈਂਸ ਕੈਂਸਲ ਹੋ ਜਾਂਦਾ ਹੈ ਔਰ ਦੁਬਾਰਾ ਕਈ ਸਾਲਾਂ ਤੱਕ ਬੰਦਾ ਨਹੀਂ ਹੈ। ਕਿਸੇ ਤੇ ਅਟੈਕ ਕਰੋਗੇ, ਓਫੈਂਸਿਵ ਹੈ, ਔਰ ਉਹਦੇ ਬਾਅਦ 'ਚ ਫਿਰ ਤੁਸੀਂ ਸਜ਼ਾ ਭੁਗਤੋਗੇ। ਜਾਂ ਤਾਂ ਤੁਸੀਂ ਆਦੀ ਹੋ ਗਏ, ਉਹ ਚੀਜ਼ਾਂ ਤੁਹਾਨੂੰ ਬੁਰੀਆਂ ਨਹੀਂ ਲੱਗਦੀਆਂ। ਮੈਂ ਕਿੱਥੇ ਕਿਹਾ ਕਿ ਜਿਹਨੇ ਗੁਰੂ ਨੂੰ ਗਲਤ ਬੋਲਿਆ ਉਹਨੂੰ ਤੁਸੀਂ ਕੁਛ ਨਹੀਂ ਕਰਨਾ? ਜੋ ਕਰ ਰਹੇ ਨੇ SGPC ਵਾਲੇ, ਜੋ ਅਕਾਲ ਤਖਤ ਵਾਲੇ, ਉਹ ਕਰ ਰਹੇ ਨੇ, ਉਹਨਾਂ ਦਾ ਫਰਜ਼ ਹੈ ਕਰਨਾ।
ਤੁਹਾਡੇ ਸਾਰਿਆਂ ਦਾ ਫਰਜ਼ ਨਹੀਂ ਹੈ ਆਪਣੀ ਅਸਲੀ ਆਈਡੀ ਦੇ ਵਿੱਚ ਆ ਕੇ ਬੰਦਿਆਂ ਤਰ੍ਹਾਂ ਗੱਲ ਕਰੋ, ਲੈਂਗੁਏਜ ਲਿਖ ਕੇ। ਤੇਰੀ ਮੈਂ ਜਨਾਨੀ ਨਹੀਂ ਆ ਜੋ ਤੂੰ ਮੈਨੂੰ ਇਦਾਂ ਗੱਲ ਕਰ ਰਿਹਾ, ਓਕੇ। ਔਰ ਦੂਸਰੀ ਗੱਲ, KPS ਗਿੱਲ ਨੂੰ ਮਰੇ ਹੋਏ ਕਈ ਸਾਲ ਹੋ ਗਏ ਨੇ। ਜਦੋਂ 1984 ਦੇ ਵਿੱਚ ਟਾਡਾ ਲੱਗਿਆ ਸੀ ਪੰਜਾਬ ਦੇ ਵਿੱਚ, ਤਾਂ ਉਦੋਂ ਤੁਹਾਡੀ ਆਵਾਜ਼ ਕਿਉਂ ਨਹੀਂ ਉੱਠੀ? ਉਦੋਂ ਤੁਸੀਂ ਕਿਉਂ ਨਹੀਂ ਰੋਕਿਆ ਉਹਨੂੰ? ਜਦੋਂ ਉਹਨੂੰ ਬਾਈ ਆਰਡਰ ਮਿਲਿਆ ਸੀ, ਉਹ DSP ਪੁਲਿਸ ਸੀਗਾ, ਉਹਨੂੰ ਬਾਈ ਆਰਡਰ ਸੀਗਾ, ਉਹ ਸਰਦਾਰ ਸੀਗਾ, ਉਹ ਪੰਜਾਬ ਦੀ ਪੁਲਿਸ 'ਚ ਸੀਗਾ, ਫਿਰ ਉਹਨੂੰ ਹੀ ਯੂਜ਼ ਕੀਤਾ ਗਵਰਨਮੈਂਟ ਨੇ ਆਪਣੇ ਲੋਕਾਂ 'ਤੇ ਆਪਣੀ ਲੈਂਗੁਏਜ ਕੰਟਰੋਲ ਕਰਨ ਲਈ। ਤੁਹਾਨੂੰ ਪਤਾ ਹੈ ਜਿਹੜਾ ਆਫੀਸਰ ਹੁੰਦਾ ਹੈ, ਜੋ ਆਰਮੀ ਦਾ ਜਾਂ 에ਅਰਫੋਰਸ ਦਾ ਜਾਂ ਨੇਵੀ ਦਾ ਜਾਂ ਪੁਲਿਸ ਦਾ ਜਾਂ BSF ਦਾ, ਉਹਦੀ ਕੀ ਡਿਊਟੀ ਹੁੰਦੀ ਹੈ? ਤਾਂ ਮੈਂ ਤੁਹਾਨੂੰ ਇਹ ਜਵਾਬ ਦਿੱਤਾ ਕਿ KPS ਗਿੱਲ ਇੱਕ ਪੁਲਿਸ ਆਫੀਸਰ ਸੀਗਾ, ਉਹਨੇ ਉਹੀ ਕੀਤਾ ਜੋ ਉਹਦੀ ਡਿਊਟੀ ਸੀਗੀ। ਤਾਂ ਉਦੋਂ ਤੁਸੀਂ ਉਹਨੂੰ ਮਾਰਿਆ ਕਿਉਂ ਨਹੀਂ? ਉਦੋਂ ਉਹਦਾ ਮੂੰਹ ਤੋੜਿਆ ਕਿਉਂ ਨਹੀਂ? ਉਹਨੂੰ ਧੱਕੇ ਨਾਲ ਰਿਜ਼ਾਈਨ ਕਰਨ ਨੂੰ ਫੋਰਸ ਕਿਉਂ ਨਹੀਂ ਕੀਤਾ? ਉਹਦੇ ਮਰਨ ਦੇ ਬਾਅਦ ਜੋ ਤੁਸੀਂ ਕੁਐਸਚਨ ਰੇਜ਼ ਕਰ ਰਹੇ ਹੋ, ਕਦ ਲਈ ਕਰ ਰਹੇ ਹੋ? ਹੁਣ ਉਹ ਮਰ ਚੁੱਕਿਆ ਹੈ, ਉਹਦੇ ਕੋਲ ਜਾ ਕੇ ਵਾਪਸ ਲੈ ਕੇ ਆਈਏ। ਜੋ ਹਰਨੇਕ ਸਿੰਘ ਤੁਹਾਨੂੰ ਬੋਲ ਚੁੱਕਿਆ ਹੈ, ਉਹਦੇ ਜਵਾਬ ਤੁਸੀਂ ਮੇਰੇ ਕੋਲੋਂ ਮੰਗ ਰਹੇ ਹੋ। ਅਗਰ ਉਹ ਜਿੰਦਾ ਬਚ ਗਿਆ ਤਾਂ ਉਹ ਤੁਹਾਨੂੰ ਜਵਾਬ ਆਪੇ ਦੇ ਲੇਗਾ। ਉਹਦੇ ਸਵਾਲਾਂ ਦਾ ਜਵਾਬ ਮੈਂ ਕਿੱਦਾਂ ਦੇ ਸਕਦੀ ਹਾਂ? ਗੁਰੂ ਨੂੰ ਬੁਰਾ ਬੋਲਣ ਵਾਲੇ ਦੋਖੀ, ਔਰ ਜਦ ਗੁਰੂ ਦੇ ਨਾਂ ਤੇ ਸ਼ਰੀਫ ਜਨਤਾ ਨੂੰ ਬੁਰਾ ਬੋਲਣ ਵਾਲੇ, ਡੰਡੇ ਚੁੱਕ ਕੇ ਸਭ ਕੁਝ ਹਰਕਤਾਂ ਕਰਨ ਵਾਲੇ ਗੁਰੂ ਦੇ ਸਿੱਖ। ਤੁਹਾਡੀ ਪਰਿਭਾਸ਼ਾ ਬਦਲ ਚੁੱਕੀ ਹੈ ਨਾ। ਅਸੀਂ ਵੀ ਹਿਸਟਰੀਆਂ ਪੜ੍ਹ ਕੇ ਗੁਰੂ ਦੀਆਂ ਵੱਡੇ ਹੋਏ ਹਾਂ, ਠੀਕ ਹੈ। ਛੋਟੇ ਹੁੰਦੇ ਸੀ ਅਸੀਂ ਉਦੋਂ ਦੇਖੀ ਇਹ ਚੀਜ਼ ਕਿ ਜਦੋਂ ਅਸੀਂ ਹਰਮੰਦਰ ਸਾਹਿਬ ਜਾਂਦੇ ਸੀ ਜਾਂ ਗੁਰਦੁਆਰਿਆਂ 'ਚ ਜਾਂਦੇ ਸੀ ਤਾਂ ਡੰਡੇ ਫੜ ਕੇ ਸੇਵਕ ਖੜੇ ਹੁੰਦੇ ਸੀ ਕਿ ਇੱਥੇ ਭਾਂਡੇ ਨਹੀਂ ਸੁੱਟਣੇ, ਇੱਥੇ ਚੁੰਨੀ ਸਿਰੋਂ ਨਹੀਂ ਲਾਣੀ, ਇੱਥੇ ਇਹ ਨਹੀਂ ਕਰਨਾ। ਹੁਣ ਤੁਸੀਂ ਦੇਖਿਆ ਉਹ ਡੰਡੇ ਲੈ ਕੇ ਕੋਈ ਖੜਦਾ? ਸਿਰਫ ਇੱਕ ਪੇਪਰ ਲਿਖ ਕੇ ਲਾਇਆ ਹੁੰਦਾ ਕਿ ਇੱਥੇ ਇਹ ਕਰਨਾ, ਇੱਥੇ ਇਹ ਕਰਨਾ। ਟਾਈਮ ਬਦਲ ਚੁੱਕਿਆ ਹੈ। ਤੁਸੀਂ ਫੇਸਬੁੱਕ 'ਤੇ ਲਾਈਵ ਹੁੰਦੇ ਹੋ, ਤੁਹਾਡੇ ਚੈਨਲ ਲਾਈਵ ਹੁੰਦੇ ਨੇ, ਤੁਹਾਨੂੰ ਟੈਕਨੋਲੋਜੀ ਪਤਾ ਹੈ ਐਡਵਾਂਸ ਹੋ ਚੁੱਕੀ ਹੈ, ਤਾਂ ਐਡਵਾਂਸ ਹੋ ਜਾਓ। ਮੈਂ ਭਿੰਡਰਾਂਵਾਲੇ ਦੀ ਗੱਲ ਕੀਤੀ ਹੈ ਵਿੱਚ? ਕਿੱਥੇ ਗੱਲ ਕੀਤੀ ਹੈ ਮੈਂ ਭਿੰਡਰਾਂਵਾਲੇ ਦੀ? ਜਦ ਤੁਸੀਂ KPS ਦੀ ਗੱਲ ਕਰਦੇ ਹੋ, ਜਦ ਆਰਮੀ ਦੀ ਗੱਲ ਕਰਦੇ ਹੋ, ਅੱਜ ਤੋਂ 35-37 ਸਾਲ ਪਹਿਲੇ ਦੀ ਗੱਲ ਕਰਦੇ ਹੋ, ਜਦੋਂ ਅਸੀਂ ਨਿਆਣੇ ਸੀਗੇ, ਸਾਨੂੰ ਪਤਾ ਵੀ ਨਹੀਂ ਸੀ ਕੁਛ। ਉਸ ਚੀਜ਼ ਦਾ ਜਵਾਬ ਮੈਂ ਕਿੱਦਾਂ ਦੇਵਾਂ ਕਿ ਭਿੰਡਰਾਂਵਾਲਾ ਅਕਾਲ ਤਖਤ 'ਚ ਕਿਉਂ ਵੜਿਆ ਸੀ? ਅਗਰ ਉਹਦੀ ਗੌਰਮੈਂਟ ਨਾਲ ਲੜਾਈ ਸੀ ਤਾਂ ਫਿਰ ਉਹਨੂੰ ਆਪਣੀ ਲੜਾਈ ਆਪਣੇ ਘਰ, ਆਪਣੀ ਜ਼ਮੀਨ 'ਤੇ ਲੜਨੀ ਚਾਹੀਦੀ ਸੀ। ਅਕਾਲ ਤਖਤ ਦੇ ਵਿੱਚ ਹਥਿਆਰ ਇਕੱਠੇ ਕਿਉਂ ਕੀਤੇ? ਫਿਰ ਉਹਨੂੰ ਆਰਮੀ ਨੇ ਉਹਨੂੰ ਬਾਰ-ਬਾਰ ਵਾਰਨਿੰਗ ਦਿੱਤੀ ਕਿ ਬਾਹਰ ਨਿਕਲ ਜਾਓ, ਫਿਰ ਉਹ ਬਾਹਰ ਕਿਉਂ ਨਹੀਂ ਨਿਕਲਿਆ? ਫਿਰ ਉਹ ਬਾਹਰ ਨਹੀਂ ਨਿਕਲਿਆ ਤਾਂ ਉਹਨਾਂ ਨੂੰ, ਆਰਮੀ ਨੂੰ ਅੰਦਰ ਆਉਣਾ ਪਿਆ, ਅਟੈਕ ਕਰਨਾ ਪਿਆ। ਕਿ ਕਿੱਡੀ ਵੱਡਾ ਗੁਨਾਹ ਹੋਇਆ, ਤੁਹਾਨੂੰ ਨਹੀਂ ਪਤਾ ਉਸ ਚੀਜ਼ ਦਾ? ਕਿ ਪੰਜਾਬ ਇੰਡੀਆ ਦਾ ਪਾਰਟ ਹੈ ਹਜੇ ਤੱਕ ਵੀ। ਤੁਹਾਨੂੰ ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨ ਮੰਨਣੇ ਹੀ ਪੈਣਗੇ, ਬਾਈ ਹੁੱਕ ਔਰ ਬਾਈ ਕਰੁੱਕ। ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਗੁਲਾਮ ਹਾਂ, ਸਾਡੀ ਸੁਣਵਾਈ ਨਹੀਂ ਹੁੰਦੀ। ਜਿਹੜੀ ਸਟੇਟ ਦੀਆਂ ਗਵਰਨਮੈਂਟਾਂ ਨੇ, ਜੋ ਤੁਹਾਡੇ ਚੀਫ ਮਿਨਿਸਟਰ ਨੇ ਉੱਥੇ ਦੇ, ਉਹਨਾਂ ਦਾ ਕੀ ਫਰਜ਼ ਹੈ ਕਿ ਜਿੰਨੀ ਤੁਸੀਂ ਟੈਕਸ ਭਰਦੇ ਹੋ ਸੈਂਟਰਲ ਗਵਰਨਮੈਂਟ ਨੂੰ, ਚਾਹੇ ਉਹ ਕਿਸੇ ਵੀ ਟਾਈਪ ਦਾ ਟੈਕਸ ਹੈ, ਤੁਹਾਨੂੰ ਰਿਟਰਨ ਮਿਲਦਾ ਐਕਸਟਰਾ, ਉਸ ਤੋਂ ਹੋਰ ਐਡ ਹੋ ਕੇ ਤੁਹਾਡੀ ਸਟੇਟ ਦੀ ਡਿਵੈਲਪਮੈਂਟ ਲਈ। ਤੁਹਾਨੂੰ ਨਹੀਂ ਪਤਾ ਇਹ ਚੀਜ਼ਾਂ? ਤੁਹਾਨੂੰ ਨਹੀਂ ਪਤਾ ਕਿ ਗਵਰਨਮੈਂਟ ਪੂਰੀ ਕੰਟਰੀ ਨੂੰ ਕੰਟਰੋਲ ਕਰਦੀ ਹੈ, ਲਾਅ ਐਂਡ ਆਰਡਰ ਹੈ, ਔਰ ਉਹ ਲਾਅ ਐਂਡ ਆਰਡਰ ਜਦੋਂ ਪਾਸ ਹੋ ਗਏ, ਉਹਦੇ ਅੱਗੇ ਆਦਮੀਆਂ ਨੇ ਹੱਥਾਂ 'ਚ ਬੰਦੂਕਾਂ ਚਲਾ ਕੇ ਆਦਮੀਆਂ ਨੂੰ ਹੀ ਮਾਰਨਾ ਹੈ, ਕਿਉਂਕਿ ਆਰਡਰ ਹੈ। ਤੁਹਾਨੂੰ ਨਹੀਂ ਪਤਾ ਚੱਲਦਾ ਉਸ ਚੀਜ਼ ਦਾ? ਤੁਹਾਨੂੰ ਨਹੀਂ ਪਤਾ ਚੱਲਦਾ ਕਿ ਕਰੋਨਾ SARS-2 ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਅਨਦਰ ਕੰਟਰੀ 'ਚ ਫੈਲ ਚੁੱਕਿਆ ਹੈ, ਜਿਹਦੇ ਨਾਲ ਬਚਾਅ ਵੀ ਨਹੀਂ ਹੋ ਰਿਹਾ, ਔਰ 70% ਜ਼ਿਆਦਾ ਹਾਈ ਹੈ। ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਕੇ, ਨਿੱਕੇ ਨਿੱਕੇ ਨਿਆਣਿਆਂ ਨੂੰ ਲੈ ਕੇ ਇਤਿਹਾਸ ਲਿਖਣ ਦੇ ਨਾਂ 'ਤੇ ਇੰਨੀ ਠੰਡ 'ਚ ਬੈਠੇ ਹੋ। ਫਿਰ ਜਿੰਨੇ ਮਰ ਜਾਣਗੇ ਉਹ ਸ਼ਹੀਦ ਹੋ ਜਾਣਗੇ। ਮੈਂ ਇਹ ਨਹੀਂ ਕਹਿ ਰਹੀ ਕਿ ਕਿਸਾਨਾਂ ਦਾ ਜੋ ਘਿਰਾਵ ਹੈ ਉਹ ਗਲਤ ਹੈ। ਮੈਂ ਇਹ ਕਹਿ ਰਹੀ ਹਾਂ ਕਿ ਬੱਚੇ ਬਜ਼ੁਰਗਾਂ ਦਾ ਕੀ ਕੰਮ ਹੈ ਉੱਥੇ? ਤੁਹਾਨੂੰ ਨਹੀਂ ਤਕਲੀਫ ਹੁੰਦੀ? ਸਾਨੂੰ ਦੇਖ ਕੇ ਤਕਲੀਫ ਹੁੰਦੀ ਹੈ ਜੋ TV 'ਚ ਨਿਊਜ਼ ਦੇਖਦੇ ਹਾਂ ਕਿ ਬਜ਼ੁਰਗ ਨੇ ਵਿਚਾਰੇ 60 ਸਾਲ ਤੋਂ ਉੱਪਰ ਬਾਹਰ ਨਹੀਂ ਨਿਕਲਣਾ, ਕੋਵਿਡ ਹੈ। ਤੁਸੀਂ ਇੰਨੀ ਠੰਡ 'ਚ ਦਿੱਲੀ ਦੀ ਧਰਤੀ 'ਤੇ ਲੈ ਕੇ ਬੈਠੇ, ਫਿਰ ਤੁਸੀਂ ਸ਼ਹੀਦਾਂ ਦੇ ਨਾਮ 'ਤੇ ਤੁਸੀਂ ਉਹਨਾਂ ਨੂੰ ਮੜ ਰਹੇ ਹੋ ਕਿ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ, ਮਾਤਾ ਗੁਜਰੀ ਸ਼ਹੀਦ ਹੋ ਗਈ ਸੀ ਉੱਪਰ ਠੰਡੇ ਬੁਰਜ 'ਤੇ। ਕਿੰਨਾ ਫਰਕ ਹੈ ਤੁਹਾਡੀ ਸੋਚ 'ਚ ਔਰ ਸਾਡੀ ਫਰਕ 'ਚ। ਗੁਰੂਆਂ ਨੂੰ ਵਿੱਚ ਨਾ ਲੈ ਕੇ ਆਓ, ਮਹਾਨ ਹਸਤੀਆਂ ਨੇ। ਆਪਣੀ ਗੱਲ ਕਰਨ ਲਈ ਆਪਣਾ ਨਾਮ ਲੈ ਕੇ ਆਓ, ਗੁਰੂਆਂ ਨੂੰ ਵਿੱਚ ਇਨਵੋਲਵ ਨਾ ਕਰੋ। ਉਸ ਟਾਈਮ ਮੁਗਲਾਂ ਦਾ ਰਾਜ ਸੀ, ਮੁਗਲਾਂ ਦੀ ਗੁੰਡਾਗਰਦੀ ਸੀ, ਔਰ ਗੁਰੂਆਂ ਨੂੰ ਆਪਣਾ ਆਪ ਸਰਵੰਸ਼ ਖੋਣਾ ਪਿਆ। ਤੁਸੀਂ ਇਸ ਚੀਜ਼ ਨੂੰ, ਇਤਿਹਾਸ ਨੂੰ ਭੁੱਲੋ ਨਾ। ਸਾਨੂੰ ਯਾਦ ਹੈ ਉਹ ਚੀਜ਼ਾਂ। ਤੁਸੀਂ ਜਿਹੜੇ ਬਚ ਗਏ ਹੋ ਉਹਨਾਂ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਅਗਰ ਤੁਸੀਂ ਕਿਸੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਬੰਦੇ ਨੂੰ ਮਾਰ ਕੇ ਮੂੰਹ ਬੰਦ ਕਰਕੇ ਰੱਖਾਂਗੇ, ਤਾਂ ਇਹ ਵਾਇਲੈਂਸ ਹੈ। ਫਿਰ ਤੁਹਾਡੇ ਤੇ ਪੁਲਿਸ ਕੇਸ ਹੀ ਚੱਲਣਗੇ। ਫਿਰ ਨਾ ਚੀਕਾਂ ਮਾਰਿਓ।
ਜਦ ਬਾਕੀ ਸਟੇਟਾਂ ਨੂੰ ਪੂਰੇ ਰਾਈਟਸ ਨੇ, ਪੂਰੀ ਸਟੇਟਾਂ ਡਿਵੈਲਪ ਕਰ ਰਹੀਆਂ, ਤੁਹਾਡੀ ਸਟੇਟ ਕਿਉਂ ਨਹੀਂ ਡਿਵੈਲਪ ਕਰ ਰਹੀ? ਕੀ ਰੀਜ਼ਨ ਹੈ ਪਿੱਛੇ? ਤੁਹਾਡੇ ਚੀਫ ਮਿਨਿਸਟਰ 'ਚ ਕੀ ਕਮੀ ਹੈ? ਤੁਹਾਡੀ ਸਰਕਾਰਾਂ 'ਚ ਕੀ ਕਮੀ ਹੈ? ਤੁਸੀਂ ਇਹ ਚੀਜ਼ਾਂ ਪਹਿਲਾਂ ਫਾਈਂਡ ਆਊਟ ਕਰੋ। ਆਪਸ 'ਚ ਤੁਸੀਂ ਇਕੱਠੇ ਰਲ ਕੇ ਬਹਿ ਨਹੀਂ ਸਕਦੇ ਸਹਿਮਤੀ ਲਈ। ਇਹ ਤਾਂ ਸ਼ੁਕਰ ਹੈ ਕਿ ਹੁਣ ਇਕੱਠ ਦੇਖਣ ਨੂੰ ਮਿਲਿਆ ਪੰਜਾਬ ਦਾ ਕਿਸਾਨਾਂ ਦੇ ਨਾਂ ਤੇ, ਨਹੀਂ ਤਾਂ ਤੁਸੀਂ ਡੰਡਾ ਹੀ ਦਿਖਾਉਂਦੇ ਹੁੰਦੇ ਹੋ, ਧਮਕੀਆਂ ਹੀ ਦਿੰਦੇ ਹੁੰਦੇ ਹੋ, ਮਾਵਾਂ ਦੀਆਂ ਭੈਣਾਂ ਦੀਆਂ ਗੰਦੀਆਂ ਗਾਲਾਂ ਹੀ ਕੱਢਦੇ ਹੁੰਦੇ ਹੋ। ਠੀਕ ਹੈ, ਨਾ ਇੱਥੇ ਧਰਮ ਦੀ ਗੱਲ ਹੈ, ਨਾ ਇੱਥੇ ਕਿਸੇ ਪ੍ਰਚਾਰ ਦੀ ਗੱਲ ਹੋ ਰਹੀ ਹੈ, ਔਰ ਨਾ ਇੱਥੇ ਹਰਨੇਕ ਸਿੰਘ ਦੀ ਗੱਲ ਹੋ ਰਹੀ ਹੈ। ਤੇ ਬੰਦਿਆਂ ਤਰ੍ਹਾਂ ਗੱਲ ਕਰੋ। ਇਹ ਜਨਾਨੀ ਕੌਣ ਹੈ? ਜਨਾਨੀ ਜਿਨ੍ਹਾਂ ਨੇ ਵੀ ਨੈਗੇਟਿਵ ਕਮੈਂਟ ਕੀਤੇ ਨੇ ਸਾਰੀਆਂ ਫੇਕ ਆਈਡੀਆਂ ਨੇ। ਤੁਹਾਡੇ 'ਚ ਦਮ ਹੈ ਨਾ, ਅਸਲੀ ਆਈਡੀਆਂ 'ਚ ਆ ਕੇ ਕਮੈਂਟ ਕਰੋ ਆਪਣੇ ਨਾਂ ਤੋਂ, ਜੇ ਤੁਹਾਨੂੰ ਕੋਈ ਨਾਮ ਦਿੱਤਾ ਹੈ ਇਸ ਦੁਨੀਆ ਨੇ ਤਾਂ। ABCD ਦੂਜਾ ਕਮੈਂਟ ਹੈ ਕੀ ਹੈ ਇਹਦਾ? ID AXKAA ਐਕਸਕਾਲ ਫਿਲਾ। ਕਹਿੰਦੇ ਕਿ ਤੁਸੀਂ ਇੰਨੀ ਕਿਉਂ ਭੜਕਾ ਰਹੇ ਹੋ ਜਨਤਾ ਨੂੰ ਧਰਮ ਦੇ ਨਾਂ ਤੇ? ਕਿ ਜਨਤਾ ਨੂੰ ਤਾਂ ਤੁਸੀਂ ਬੇਵਕੂਫ ਸਮਝ ਲਿਆ ਕਿ ਜਨਤਾ ਛੋਟੀ ਛੋਟੀ ਗੱਲਾਂ ਤੋਂ ਭੜਕ ਜਾਏ, ਕਿ ਤੁਸੀਂ ਪਾਗਲ ਸਮਝਦੇ ਹੋ ਜਨਤਾ ਨੂੰ। ਜੋ ਮੈਂ ਬੋਲਿਆ ਮੇਰਾ ਐਕਸਪੀਰੀਅੰਸ ਹੈ, ਗੁਰਦੁਆਰੇ 'ਚ ਮੇਰੇ ਨਾਲ ਇਦਾਂ ਹੋਇਆ। ਠੀਕ ਹੈ, ਤੁਸੀਂ ਉਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਉਹਨਾਂ ਨੇ ਜੋ ਕੀਤਾ ਤੇਰੇ ਨਾਲ ਸਹੀ ਕੀਤਾ, ਤਾਂ ਫਿਰ ਕੰਪਲੇਂਟ ਲੈ ਕੇ ਜਾਣਾ ਕਿੱਥੇ ਹੈ? ਕੁਰਸੀਆਂ ਹੀ ਚਾਹੀਦੀਆਂ ਨਾ ਤੁਹਾਨੂੰ, ਕੁਰਸੀਆਂ ਚਾਹੀਦੀਆਂ ਨੇ। ਫਿਰ ਉਗਰਾਹੀ ਕਰਨ ਲਈ ਸਾਰੇ ਪਾਸੇ ਤੁਸੀਂ ਜਾਂਦੇ ਹੋ। ਗੁਰਦੁਆਰੇ ਕਦ ਲਈ ਬਣਾਇਆ ਸੀਗਾ? ਗੁਰੂ ਦੀ ਸਥਾਪਨਾ ਕਰਨ ਲਈ, ਮਿਲ ਕੇ ਬਹਿ ਕੇ ਗੁਰੂ ਦੀ ਗੱਲ ਦਾ ਵਿਚਾਰ ਕਰਨ ਲਈ, ਗੁਰੂ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲਣ ਲਈ, ਕਿ ਤੁਹਾਡੇ ਬਣਾਏ ਹੋਏ ਸਿਧਾਂਤਾਂ ਤੇ ਚੱਲਣ ਲਈ। ਪਹਿਲਾਂ ਇੰਨਾ ਤਾਂ ਥੋੜਾ ਜਿਹਾ ਕਲੀਅਰ ਮਾਈਂਡ ਕਰ ਲਓ ਕਿ ਹੁਣ ਮੈਂ ਕੀ ਕਰ ਸਕਦੀ ਹਾਂ। 1984 'ਚ ਜੋ ਹੋਇਆ ਉਹ ਮੇਰੀ ਕੀ ਗਲਤੀ? ਉਹਦੇ ਜਵਾਬ ਤੁਸੀਂ ਮੇਰੇ ਕੋਲੋਂ ਕਿਉਂ ਮੰਗਦੇ ਹੋ? ਮੈਂ ਕੋਈ BJP ਦੀ ਉਹ ਹੈਗੀ ਹਾਂ ਕਿ ਮੈਂ ਮੋਦੀ ਦੀ ਭੈਣ ਹਾਂ? ਦੂਜੀ ਗੱਲ, ਤੁਸੀਂ ਮੈਨੂੰ ਆਖੀ ਹੈ ਕਿ ਹਰਨੇਕ ਸਿੰਘ ਨੇਕੀ ਦੀ ਰਖੇਲ ਹੈ। ਤੁਹਾਡੇ ਮੂੰਹ 'ਚ ਥੋੜੀ ਬਹੁਤੀ ਸ਼ਰਮ ਆ ਹੈਗੀ ਨਹੀਂ ਹੈਗੀ? ਤੁਸੀਂ ਕੀ ਸੋਚਦੇ ਹੋ ਇਦਾਂ ਦੀਆਂ ਗੱਲਾਂ ਬੋਲੋਗੇ ਜਨਾਨੀ ਡਰ ਕੇ ਬਹਿ ਜਾਏਗੀ? ਹੈ ਨਾ, ਇਹ ਗੱਲਾਂ ਨਹੀਂ, ਇਸ ਤੋਂ ਵੀ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਅੱਗੇ 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 ਅੱਗੇ। ਇਹ ਤਾਂ ਸ਼ੁਰੂਆਤ ਹੈ ਹਲੇ। ਤੁਹਾਨੂੰ ਪਤਾ ਹੈ ਕਿ ਮੈਂ ਕਿੱਥੇ ਹਾਂ, ਹਰਨੇਕ ਸਿੰਘ ਕਿੱਥੇ ਹੈ? ਉਹ ਬੰਦਾ ਤੁਹਾਨੂੰ ਸਵਾਲ ਮਾਰਦਾ ਹੈ, ਤੁਹਾਡੇ ਕੋਲੋਂ ਸਵਾਲ ਪੁੱਛਦਾ ਹੈ, ਤੁਹਾਡੀਆਂ ਗੱਲਾਂ ਦੇ ਤੁਹਾਨੂੰ ਜਵਾਬ ਦਿੰਦਾ, ਔਰ ਤੁਹਾਡੇ ਕੋਲ ਜਵਾਬ ਨਹੀਂ ਹੁੰਦੇ। ਫਿਰ ਜਿਹੜੀ ਉਹਦੇ ਵਰਗੀ ਗੱਲ ਕਰਦਾ ਹੈ ਨਾ, ਉਹਦੇ ਵਰਗੀ, ਤਾਂ ਫਿਰ ਤੁਹਾਨੂੰ ਚੁੱਭਦੀ ਬਹੁਤ ਹੈ, ਸੂਲ ਵਾਂਗੂ ਚੁੱਭਦੀ ਤੁਹਾਨੂੰ, ਤਿੱਖੀ ਸੂਲ ਵਾਂਗੂ। ਕਦੀ ਤੁਸੀਂ ਮੈਨੂੰ ਢੱਡਰੀਆਂ ਵਾਲੇ ਦੀ ਚੇਲੀ ਕਹਿ ਦਿੱਤਾ, ਕਦੀ ਤੁਸੀਂ ਕਹਿੰਦੇ ਹੋ ਕਿ ਉਹਨੇ ਕਿਸਾਨਾਂ ਦੀ ਮਦਦ ਨਹੀਂ ਕੀਤੀ, 21 ਲੱਖ ਰੁਪਇਆ ਦਿੱਤਾ। ਤੁਸੀਂ ਮੈਨੂੰ ਦੱਸੋ ਸੋਰਸ ਆਫ ਇਨਕਮ ਕੀ ਹੈ? ਗੁਰਦੁਆਰਿਆਂ ਦਾ, ਡੇਰਿਆਂ ਦਾ ਚੜਾਵਾ ਕਿੱਥੋਂ ਚੜਦਾ? ਉਹ ਪਬਲਿਕ 'ਚੋਂ ਹੀ ਚੜਦਾ ਹੈ ਨਾ। ਪਹਿਲਾਂ ਉਹ ਬਾਹਰਲੇ ਦੇਸ਼ਾਂ 'ਚ ਜਾਂਦਾ ਸੀਗਾ, ਅਲੱਗ-ਅਲੱਗ ਦੇਸ਼ਾਂ 'ਚ ਜਾਂਦਾ ਸੀ, ਉਹਨੂੰ ਇਨਕਮ ਜ਼ਿਆਦਾ ਸੀਗੀ। ਹੁਣ ਉਹਦਾ ਜਾਣਾ ਤੁਸੀਂ ਬੰਦ ਕਰਤਾ, ਛਪੀਲਾਂ ਤੁਸੀਂ ਲਾਣੀਆਂ ਸ਼ੁਰੂ ਕਰਤੀਆਂ, ਤੇ ਫਿਰ ਉਹ ਕਿੱਥੋਂ ਪੈਸੇ ਕੱਢ ਕੇ ਦੇਗਾ? ਜ਼ਿੰਦਗੀ ਔਰ ਮੌਤ ਤੇ ਇੱਕ ਗੋਲੀ ਦਾ ਅਗਰ ਲਿਖਿਆ ਹੋਇਆ ਹੈ ਨਾ ਨਾਮ, ਤਾਂ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ। ਹੁਣ ਤੁਸੀਂ ਇੱਥੇ ਮੈਨੂੰ ਚੇਲੀ ਤਾਂ ਬਣਾ ਹੀ ਦਿੱਤਾ ਉਹਦੀ, ਪਰ ਮੈਂ ਇਦਾਂ ਦੀਆਂ ਗੱਲਾਂ ਨਹੀਂ ਮੰਨਦੀ। ਮੈਂ ਕਿਸੇ ਦੀ ਵੀ ਉਹ ਗੱਲ ਨਹੀਂ ਸੁਣਦੀ ਜਿਹਦੇ 'ਚ ਕਿਸੇ ਦੀ ਬੁਰਾਈ, ਕਿਸੇ ਹੋਰ ਧਰਮ ਦੀ ਬੁਰਾਈ ਵਿੱਚ ਆ ਜਾਏ ਔਰ ਆਪਣੇ ਧਰਮ ਦੀ ਵਡਿਆਈ ਹੋਏ। ਉਹਦੇ 'ਚ ਸਾਡੀ ਕੋਈ ਆਪਣੀ ਵਡਿਆਈ ਨਹੀਂ ਹੁੰਦੀ। ਸਾਡਾ ਧਰਮ ਤੇ ਐਡਵਾਂਸ ਸੀਗਾ, ਸਭ ਤੋਂ ਐਡਵਾਂਸ। ਉਹ ਸਾਰੇ ਚੀਜ਼ਾਂ ਨੂੰ ਪਿੱਛੇ ਛੱਡ ਕੇ ਉੱਪਰ ਖੜਾ ਕੀਤਾ ਸੀਗਾ। ਉਹ ਪ੍ਰਥਾ ਬੰਦ ਹੋਈਆਂ ਸੀ ਜਿਹੜੀਆਂ ਛੇਕੀਆਂ ਹੋਈਆਂ ਸੀ। ਜਦੋਂ ਤੁਸੀਂ ਪੰਥ 'ਚੋਂ ਛੇਕਦੇ ਹੋ ਨਾ ਲੋਕਾਂ ਨੂੰ, ਉੱਦਾਂ ਛੇਕੇ ਹੋਏ ਲੋਕਾਂ ਨੂੰ ਇਕੁਐਲਿਟੀ ਦਵਾਈ ਸੀ ਗੁਰੂ ਨਾਨਕ ਦੇਵ ਜੀ ਨੇ। ਤਾਂ ਗੁਰੂ ਨਾਨਕ ਨੂੰ ਮੰਨਦੇ ਹਾਂ। ਜਿੱਥੇ ਤੁਸੀਂ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹੋ ਨਾ, ਕੋਈ ਵੀ ਹੋਏ ਭਾਵੇਂ ਕੋਈ ਵੀ, ਜਿੱਥੇ ਇੱਕ ਦੂਜੇ ਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੇ ਹੋ, ਤੁਹਾਨੂੰ ਸੁਣਨਾ ਬੰਦ ਕਰ ਦਿੰਦੇ ਅਸੀਂ। ਨੋਰਮਲ ਪਬਲਿਕ ਆ ਮੈਂ, ਨੋਰਮਲ ਪਬਲਿਕ, ਕੋਈ ਸੈਲੀਬ੍ਰਿਟੀ, ਕੋਈ ਉਹ ਚੀਜ਼ ਨਹੀਂ ਆ। ਨੋਰਮਲ ਬੰਦੇ ਦੇ ਸਵਾਲ ਨੇ। ਜਿੱਦਾਂ ਤੁਸੀਂ ਸਵਾਲ ਪੁੱਛਿਆ ਨਾ, ਇੱਕ ਬੰਦੇ ਨੇ ਮੈਨੂੰ 50 ਸਵਾਲ ਪੁੱਛੇ ਕਿ ਹਰਨੇਕ ਸਿੰਘ ਨੇ, ਤੇ ਹਰਨੇਕ ਸਿੰਘ ਔਰ ਢੰਡਰੀਆਂ ਵਾਲਾ BJP ਨਾਲ ਮਿਲਿਆ ਹੋਇਆ ਹੈ। ਹਰਨੇਕ ਸਿੰਘ ਨਿਊਜ਼ੀਲੈਂਡ ਦਾ ਸਿਟੀਜ਼ਨ, ਉਹਨੂੰ BJP ਨਾਲ ਕੀ ਮਤਲਬ ਹੈ? ਢੰਡਰੀਆਂ ਵਾਲੇ ਨੇ ਫਿਰ ਵੀ ਮੰਨ ਲਿਆ ਕਿ ਢੰਡਰੀਆਂ ਵਾਲੇ ਦੇ ਪਿੱਛੇ ਲੱਖਾਂ ਜਨਤਾ ਹੈ, ਇੱਕ ਬਹੁਤ ਵੱਡਾ ਵੋਟ ਬੈਂਕ ਹੈ, ਜਿਹਦੇ ਪਿੱਛੇ ਲੱਖਾਂ ਜਨਤਾ ਹੁੰਦੀ ਹੈ ਨਾ, ਲੱਖਾਂ ਜਨਤਾ। ਆਪਣੇ ਆਪ ਪੋਲੀਟੀਸ਼ੀਅਨਸ ਉਹਦੇ ਕੋਲ ਅੱਗੇ ਪਿੱਛੇ ਫਿਰਦੇ ਨੇ। ਜਿੱਦਾਂ ਦੂਜੇ ਪੋਲੀਟੀਕਲ ਪਾਰਟੀਜ਼ ਦੇ ਪਿੱਛੇ ਬਹੁਤ ਲੋਕ ਨੇ ਨਾ, ਤਾਂ ਹੀ ਉਹ ਜਿੱਤਦੇ ਜਾਂ ਹਾਰਦੇ ਨੇ।
ਥੋੜ੍ਹੀਆਂ ਬਹੁਤੀਆਂ ਵੋਟਾਂ ਤੋਂ। ਉਹ ਵੋਟ ਬੈਂਕ ਹੈ, ਉਹਦੇ ਤਾਂ ਪਿੱਛੇ ਪੋਲੀਟੀਸ਼ੀਅਨ ਆਪੇ ਜਾਣਗੇ, ਉਹਨਾਂ ਨੂੰ ਵੋਟਾਂ ਚਾਹੀਦੀਆਂ। ਤੇ ਉਹ ਚੀਜ਼ ਵੋਟਾਂ ਲੈਣ ਤੋਂ ਬਾਅਦ ਗੌਰਮੈਂਟ ਉਹਨਾਂ ਦੀ ਮੰਨਦੀ ਨਹੀਂ ਹੈ, ਕੋਈ ਇੱਕ ਹੀ ਸ਼ਰਤ ਪੂਰੀ ਕਰਦੀ ਹੈ। ਤੁਹਾਨੂੰ ਕਿੱਦਾਂ ਲੱਗਦਾ ਕਿ ਢੱਡਰੀਆਂ ਵਾਲਾ ਕਹਿ ਦੇਗਾ ਜਾਂ ਹਰਨੇਕ ਸਿੰਘ ਕਹਿ ਦੇਗਾ ਤੇ ਕਿਸਾਨਾਂ ਦਾ ਕਾਨੂੰਨ ਵਾਪਸ ਲੈ ਆਣਗੇ? ਬੀਜੇਪੀ ਦੀ ਪਾਰਟੀ ਦਾ ਏਜੰਡਾ ਸੀਗਾ ਉਹ, ਜੋ ਜੂਨ ਦੇ ਵਿੱਚ ਉਹਨਾਂ ਨੇ ਪਾਰਿਤ ਕਰਤਾ ਡਿਸਕਸ਼ਨ ਕੀਤੇ ਬਿਨਾਂ, ਕਿਉਂਕਿ ਮੈਜੋਰਿਟੀ ਇੰਡੀਆ ਦੇ ਵਿੱਚ ਬੀਜੇਪੀ ਦੀ ਸੀਗੀ ਔਰ ਉਸ ਟਾਈਮ ਲੋਕਡਾਊਨ ਸੀ। ਤੇ ਜ਼ੂਮ ਮੀਟਿੰਗ ਦੇ ਵਿੱਚ ਉਹਨਾਂ ਨੇ ਕਾਨਫਰੰਸ ਕਰਕੇ ਆਪਸ 'ਚ ਪਾਸ ਕਰਤਾ। ਉਹ ਤੁਹਾਨੂੰ ਚੰਗਾ ਨਹੀਂ ਲੱਗਿਆ, ਤੁਸੀਂ ਉਹਦਾ ਧਰਨਾ ਦੇ ਰਹੇ ਹੋ। ਪੂਰੀ ਹਿੰਦੁਸਤਾਨ ਦੇ ਲੋਕ ਤੁਹਾਨੂੰ ਸਪੋਰਟ ਕਰ ਰਹੇ ਨੇ, ਉਸ ਤੋਂ ਜ਼ਿਆਦਾ ਕੋਈ ਕੀ ਕਰ ਸਕਦਾ? ਤੁਸੀਂ ਪੁੱਠੇ ਸਵਾਲ ਮੇਰੇ ਕੋਲੋਂ ਪੁੱਛੋਗੇ, ਪੁੱਠੇ ਸਵਾਲ ਕਿ ਬੀਜੇਪੀ ਨੇ ਸਾਨੂੰ ਧਨੀਆ ਦੇਣਾ। ਇੰਡੀਆ ਦੀ ਗੌਰਮੈਂਟ ਹੈ ਉਹ। ਜਿੰਨੇ ਵੀ ਐਨ ਆਰ ਆਈ ਨੇ ਨਾ ਇੰਡੀਆ 'ਚ, ਜੋ ਇਨਕਮ ਹੁੰਦੀ ਹੈ ਉਹਨਾਂ ਨੂੰ ਇੰਡੀਆ ਗੌਰਮੈਂਟ ਨੂੰ ਟੈਕਸ ਭਰਦੇ ਨੇ। ਕੋਈ ਅਹਿਸਾਨ ਨਹੀਂ ਕਰ ਰਹੀ ਇੰਡੀਅਨ ਗੌਰਮੈਂਟ ਕਿਸੇ ਤੇ ਵੀ। ਤੁਸੀਂ ਆਪਣੇ ਆਪ ਨੂੰ ਮਤਰੇਏ ਸਮਝ ਹੀ ਲਿਆ ਸ਼ੁਰੂ ਦਾ। ਤੁਹਾਨੂੰ ਅੱਜ ਵੀ ਲੱਗਦਾ ਹੈ ਕਿ ਜਹਾਂਗੀਰ ਦਾ ਰਾਜ ਹੈ, ਤੁਹਾਨੂੰ ਅੱਜ ਵੀ ਲੱਗਦਾ ਹੈ ਕਿ ਉਹਦਾ ਕੀ ਕਹਿੰਦੇ ਨੇ, ਮੁਗਲਾਂ ਦਾ ਰਾਜ ਚੱਲ ਰਿਹਾ, ਔਰੰਗਜ਼ੇਬ ਦਾ ਰਾਜ ਚੱਲ ਰਿਹਾ। ਤੁਹਾਨੂੰ ਅੱਜ ਵੀ ਲੱਗਦਾ, ਕਿਉਂਕਿ ਵਿਚਾਰ ਸਾਡੇ ਨਹੀਂ ਮਿਲਦੇ। ਠੀਕ ਹੈ, ਨਾ ਮਿਲਣ ਕੋਈ ਗੱਲ ਨਹੀਂ, ਆਪਣੇ ਹੱਕ ਲਈ ਲੜੋ, ਬੰਦਿਆਂ ਤਰ੍ਹਾਂ ਲਓ ਔਰ ਹੱਕ ਲਓ। ਮਿਲਦੇ ਨੇ ਹੱਕ ਅੱਜ ਵੀ। ਏਅਰ ਫੋਰਸ ਦੇ ਵਿੱਚ, ਆਰਮੀ ਦੇ ਵਿੱਚ, ਨੇਵੀ 'ਚ ਵੱਡੇ ਵੱਡੇ ਅਫਸਰ ਸਰਦਾਰ ਨੇ ਅੱਜ ਵੀ। ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਤੁਹਾਡੀ ਚਲਦੀ ਨਹੀਂ ਹੈ? ਹੁਣ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂ ਹੈ, ਜੇ ਸੌਖਾ ਹੀ ਕੰਮ ਹੈ ਸਭ ਤੋਂ ਜ਼ਿਆਦਾ, ਹੁਣ ਮੈਂ ਕਹਿੰਦੀ ਹਾਂ ਬਾਬਾ ਰਾਮਦੇਵ ਹੈ, ਉਹ ਕੀ ਕੰਮ ਕਰਦਾ? ਉਹ ਯੋਗਾ ਕਰਦਾ, ਸਿਰਫ ਕਰੋੜਾਂ ਦੀ ਬਣਾ ਲਈ ਉਹਨੇ ਪ੍ਰਾਪਰਟੀ। ਸਭ ਤੋਂ ਸੌਖਾ ਕੰਮ ਹੀ ਹੈ ਸੰਤ ਬਣਨਾ, ਬਾਬੇ ਬਣਨਾ। ਇੱਕ ਬਿਜ਼ਨਸ ਦਾ ਪਾਰਟ ਹੈ ਉਹ ਉਹਦਾ। ਹੁਣ ਥੋੜੀ ਡੋਨੇਸ਼ਨ ਦੇ ਰਿਹਾ ਕਿਸੇ ਨੂੰ, ਕੀ ਹੈ ਉਹ ਬੰਦੇ ਦੀ ਕੁਆਲੀਫਿਕੇਸ਼ਨ? ਬੋਲ ਰਹੀ ਹੈ ਨਾ ਹੁਣ ਮੈਂ ਰਾਮਦੇਵ ਤੇ ਵੀ, ਜੋ ਚੀਜ਼ ਗਲਤ ਲੱਗ ਰਹੀ ਹੈ ਬੋਲ ਰਹੇ ਆ। ਜਿੱਥੇ ਕੋਈ ਯੋਗਾ ਸਿਖਾ ਰਿਹਾ, ਜਿੱਥੇ ਤੱਕ ਉਹ ਲੋਕ ਸੇਵਾ ਕਰ ਰਿਹਾ, ਉਹ ਸੇਵਕ ਹੈ। ਜਿੱਥੇ ਉਹਦਾ ਬਿਜ਼ਨਸ ਹੈ, ਉੱਥੇ ਬਿਜ਼ਨਸਮੈਨ ਹੈ ਉਹ। ਜੋ ਉਹਦੇ ਚੀਜ਼ਾਂ 'ਚ ਗਲਤ ਲੱਗੇਗਾ ਬੋਲਾਂਗੇ। ਕਿ ਜਦੋਂ ਮਾਰਨ ਵਾਸਤੇ ਆਏ ਸੀ ਉਦੋਂ ਭੇਸ਼ ਬਦਲ ਕੇ ਭੱਜ ਗਿਆ ਸੀ ਜਾਨ ਬਚਾਉਣ ਲਈ। ਆਪਣੀ ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਨਾ, ਆਪਣੀ ਜਾਨ ਨੂੰ ਹੱਥ ਤੇ ਰੱਖ ਕੇ ਆਪਣੀ ਗੱਲ ਕਹਿਣ ਵਾਸਤੇ ਬਹੁਤ ਘੱਟ ਲੋਕ ਅੱਗੇ ਆਉਂਦੇ ਨੇ। ਬੜਾ ਸੌਖਾ ਹੈ ਮਾਰਨਾ ਦੁਨੀਆ ਨੂੰ, ਬਹੁਤ ਸੌਖਾ। ਤੁਸੀਂ ਦੂਜਿਆਂ ਨੂੰ ਪੁਆਇੰਟ ਆਊਟ ਕਰਦੇ ਹੋ ਨਾ, ਸ਼ਬਦਾਵਲੀ ਗੰਦੀ ਹੈ, ਅਬਿਊਜ਼ਿਵ ਲੈਂਗੁਏਜ ਯੂਜ਼ ਕਰਦਾ, ਫਲਾਣਾ ਢੀਂਗੜਾ, ਸਾਰੇ ਤੁਸੀਂ ਸਾਰੇ। ਹੁਣ ਦੇਖੋ ਪੰਜਾਬ ਦੇ ਵਿੱਚ ਜੋ ਵੀਡੀਓ ਬਣਾ ਰਹੇ ਨਾ, ਪੰਜਾਬ ਦੇ ਯੁਵਕ ਨੇ ਪੁਲਿਸ ਵਾਲੇ ਦਾ ਮੂੰਹ ਕਾਲਾ ਕੀਤਾ। ਪੰਜਾਬ ਦੀ ਗਵਰਨਮੈਂਟ ਨੇ ਪੁਲਿਸ ਨੂੰ ਧੱਕੇ ਮਾਰ ਕੇ ਕੱਢਿਆ। ਪਤਾ ਕਦ ਲਈ? ਕਿਉਂਕਿ ਉਹ ਲਾਇਸੈਂਸ ਚੈੱਕ ਕਰ ਰਹੇ ਸੀ, ਉਹ ਡਾਕੂਮੈਂਟ ਚੈੱਕ ਕਰ ਰਹੇ ਸੀ, ਤੇ ਡਾਕੂਮੈਂਟ ਨਹੀਂ ਸੀ ਇੱਕ ਬੰਦੇ ਦੇ ਕੋਲ ਔਰ ਲੇਡੀਜ਼ ਦੇ ਕੋਲ। ਤੇ ਉਸ ਚੀਜ਼ ਨੂੰ ਬਚਾਉਣ ਲਈ ਪੁਲਿਸ ਵਾਲਿਆਂ ਦੇ ਹੱਥੀ ਪੈ ਰਹੀਆਂ ਸੀ ਉਹ, ਕਿ ਅਸੀਂ ਮਾਰ ਦਾਂਗੇ, ਅਸੀਂ ਧੱਕ ਦਾਂਗੇ। ਤੁਸੀਂ ਮੰਨਦੇ ਨਹੀਂ ਹੋ ਲਾਅ ਐਂਡ ਆਰਡਰ ਨੂੰ। ਉਹ ਚੀਜ਼ ਤੁਸੀਂ ਐਕਸੈਪਟ ਕਰ ਲਓ ਕਿ ਅਸੀਂ ਨਹੀਂ ਮੰਨਣੀ, ਅਸੀਂ ਆਪਣੀ ਮਨਮਰਜ਼ੀ ਕਰਨੀ ਹੈ। ਟਰੱਕ ਵੀ ਚਲਾਵਾਂਗੇ ਬਿਨਾਂ ਲਾਇਸੈਂਸ ਦੇ, ਬਿਨਾਂ ਡਰਾਈਵਿੰਗ ਲਾਇਸੈਂਸ ਦੇ, ਬਿਨਾਂ ਪਰਮਿਟ ਦੇ। ਗੱਡੀ ਵੀ ਚਲਾਵਾਂਗੇ, ਸਭ ਕੁਝ ਕਰਾਂਗੇ, ਡਰਿੰਕ ਐਂਡ ਡਰਾਈਵ ਵੀ ਕਰਾਂਗੇ। ਰੋਕੇਗੀ ਪੁਲਿਸ ਤੇ ਪੁਲਿਸ ਨੂੰ ਠੋਕਾਂਗੇ। ਇਹ ਹੈ ਤੁਹਾਡਾ। ਤਾਂ ਫਿਰ ਉਹ ਪੁਲਿਸ ਨਾ ਡਰ ਕੇ ਫਿਰ ਉੱਥੇ ਫਿਰ ਬਾਹਰੋਂ ਪੁਲਿਸ ਭੇਜਣੀ ਪੈਂਦੀ ਹੈ, ਪੰਜਾਬ ਪੁਲਿਸ ਦੇ ਉੱਪਰ ਦੀ ਪੁਲਿਸ ਤੁਹਾਨੂੰ ਕੰਟਰੋਲ ਕਰਨ ਲਈ। ਹੁਣ ਤੱਕ ਕਾਬੂ ਕੀਤਾ ਹੋਇਆ ਪੰਜਾਬ ਨੂੰ ਪੁਲਿਸ ਨੇ, ਫਿਰ ਵੀ ਤੁਸੀਂ ਡਾਂਗਾ ਫੜ ਕੇ ਲਲਕਾਰੇ ਮਾਰਦੇ ਹੋ। ਬਹੁਤ ਹੀ ਨਾਰਮਲ ਲਾਅ ਚੱਲ ਰਿਹਾ ਉੱਥੇ, ਬੋਲਣਾ ਨਹੀਂ, ਇੱਦਾਂ ਕਿਸੇ ਨੂੰ ਧਮਕੀ ਨਹੀਂ ਦੇ ਸਕਦੇ ਤੁਸੀਂ। ਐਕਚੁਅਲ 'ਚ ਤੁਹਾਡੇ ਫੇਵਰ 'ਚ ਹੈ, ਹਾਲੇ ਵੀ ਤੁਹਾਡੇ ਫੇਵਰ 'ਚ ਹੈ ਗਵਰਨਮੈਂਟ, ਕਿ ਉਹਨੂੰ ਕੁਛ ਨਹੀਂ ਬੋਲਦੀ। ਤੁਸੀਂ ਲਲਕਾਰੇ ਮਾਰ ਰਹੇ ਹੋ। ਤੁਹਾਨੂੰ ਪਤਾ ਕੀ ਬੋਲਿਆ ਕਈ ਲੋਕਾਂ ਨੇ ਮੀਡੀਆ ਦੇ ਵਿੱਚ? ਕਿ ਅਸੀਂ ਤਾਂ ਮੋਦੀ ਦੀ ਧੌਣ ਦੇ ਉੱਤੇ ਲੱਤ ਰੱਖ ਕੇ ਉਹਨੂੰ ਮਾਰ ਕੇ ਆਪਣੇ ਹੱਕ ਲਵਾਂਗੇ। ਕਿਸੇ ਹੋਰ ਨੇ ਵੀ ਮਾਰਤਾ ਨਾ ਉਹਨੂੰ, ਤੁਹਾਡਾ ਹੀ ਨਾਂ ਲੱਗਣਾ, ਤੁਹਾਡਾ ਹੀ। ਤੁਹਾਡੀ ਬੜੀ ਇੱਜ਼ਤ ਬਣੀ ਹੋਈ ਦੁਨੀਆ 'ਚ, ਸਰਦਾਰਾਂ ਦੀ ਬਹੁਤ ਇੱਜ਼ਤ ਹੈ, ਸਿੰਘਾਂ ਦੀ, ਕਿਉਂਕਿ ਸੇਵਾ ਕਰਦੇ ਨੇ। ਮੈਂ ਗੱਲ ਕਹੀ ਸੀ ਨਾ, ਪ੍ਰਾਊਡ ਹੈ ਸਿੰਘ ਹੋਣ 'ਤੇ, ਕਿਉਂਕਿ ਸੇਵਾ ਕਰਦੇ ਨੇ। ਸੇਵਾ ਆਪਣੀ ਜੇਬ 'ਚੋਂ ਪੈਸਾ ਕੱਢ ਕੇ। ਸਾਡੇ ਇਲਾਵਾ ਵੀ ਬਹੁਤ ਲੋਕ ਨੇ, ਬਹੁਤ ਸੈਲੀਬ੍ਰਿਟੀਆਂ ਨੇ ਔਰ ਬਹੁਤ ਲੋਕ ਨੇ ਜਿਨ੍ਹਾਂ ਨੇ ਸਾਰੀ ਚੀਜ਼ਾਂ ਡੋਨੇਟ ਕਰਤੀਆਂ ਆਪਣੀਆਂ ਲੋਕਾਂ ਦੀ ਭਲਾਈ ਲਈ। ਉਹਨਾਂ ਨੇ ਵਿੱਚ ਧਰਮ ਨਹੀਂ ਲਿਆਂਦਾ ਤੇ ਨਾਮ ਨਹੀਂ ਲਿਆਂਦੇ। ਇਸੇ ਚੀਜ਼ ਦਾ ਪ੍ਰਾਊਡ ਸੀ ਕਿ ਔਰਤਾਂ ਨੂੰ ਰਾਈਟ ਬਹੁਤ ਜ਼ਿਆਦਾ ਹੈ। ਖਾਲਸਾ ਏਡ ਵਾਲੇ ਕਿੱਥੇ ਪਹੁੰਚੇ ਹੋਏ ਨੇ ਸੇਵਾ ਕਰਨ ਲਈ। ਜਿੱਥੇ ਦੁਨੀਆ ਬੰਦ ਹੋ ਗਈ ਸੀ, ਗੁਰਦੁਆਰਿਆਂ 'ਚੋਂ ਲੰਗਰ ਗਿਆ ਸੀ, ਉਹ ਆਈਡੈਂਟੀਟੀ ਹੈ ਸਾਡੀ। ਹੁਣ ਉਸ ਚੀਜ਼ ਦਾ ਅਸੀਂ ਇਹ ਫਾਇਦਾ ਨਹੀਂ ਉਠਾ ਸਕਦੇ ਕਿ ਸਾਨੂੰ ਆਪਣੇ ਲੋਕ ਮਾਰਦੇ ਨੇ। ਸਾਡੀ ਆਪਸ 'ਚ ਨਹੀਂ ਬਣਦੀ, ਅਸੀਂ ਆਪਣਿਆਂ ਨੂੰ ਮਾਰ ਕੇ ਫਿਰ ਅਸੀਂ ਜਿੱਤਣਾ ਹੈ। ਤੁਸੀਂ ਪਹਿਲਾਂ ਐਕਸਪ੍ਰੈਸ਼ਨ ਦੇ ਦਿੱਤਾ 84 ਦਾ ਕਿ ਤੁਹਾਡੇ ਨਾਲ ਖਰਾਬੀ ਹੋਈ ਹੈ। ਹੁਣ ਵੀ ਜੋ ਵੀਡੀਓ ਮਿਲ ਰਹੀਆਂ ਨਾ, ਉਹ ਵੀ ਤੁਸੀਂ ਇਹੀ ਪ੍ਰੂਫ ਕਰ ਰਹੇ ਹੋ ਕਿ ਪੋਲੀਟੀਕਲ ਅਸਾਈਲਮ ਦੂਜੀ ਕੰਟਰੀਆਂ 'ਚ ਮਿਲ ਜਾਏਗੀ ਸਾਨੂੰ।
ਔਖਾ ਹੈ ਕੰਮ, ਬਹੁਤ ਔਖਾ ਹੈ। ਸਮਝ ਜਾਓਗੇ ਤਾਂ ਚੰਗਾ ਹੈ, ਵੱਢਣ ਨਾਲ ਟੁੱਕਣ ਕੀ, ਮਰਨਾ ਤਾਂ ਵੈਸੇ ਹੀ ਇੱਕ ਦਿਨ ਹੈ। ਬੰਦਿਆਂ ਤਰ੍ਹਾਂ ਆਪਣੀ ਰੀਅਲ ਆਈਡੀ 'ਚ ਆ ਕੇ ਬੰਦਿਆਂ ਤਰ੍ਹਾਂ ਗੱਲ ਕਰੋ। ਜੇ ਤੁਸੀਂ ਗੱਲ ਨਹੀਂ ਕਰ ਸਕਦੇ ਨਾ ਬੰਦਿਆਂ ਤਰ੍ਹਾਂ, ਤਾਂ ਫਿਰ ਆਉਣ ਦੀ ਲੋੜ ਨਹੀਂ। ਫਿਰ ਕੀ ਲੋੜ ਹੈ ਫੇਕ ਆਈਡੀਆਂ ਬਣਾ ਕੇ ਵਿੱਚ ਆ ਕੇ ਵੜ ਕੇ ਕਮੈਂਟ ਕਰਨ ਦੀ? ਹਾਂ, KPS ਗਿੱਲ ਮੇਰਾ ਮਾਮਾ ਲੱਗਦਾ ਸੀ ਜਿਹੜਾ ਮੈਨੂੰ ਰੋਕ ਲੈਂਦੀ। ਤੁਸੀਂ ਰੋਕ ਲਿਆ, ਕਿਉਂ ਨਹੀਂ ਰੋਕਿਆ ਤੁਸੀਂ? ਮੈਂ ਪੁੱਛਣੀ ਤੁਹਾਨੂੰ, ਤੁਸੀਂ ਕਿਉਂ ਨਹੀਂ ਰੋਕਿਆ? ਤੁਹਾਡੇ 'ਚ ਹਿੰਮਤ ਨਹੀਂ ਸੀ ਉਦੋਂ ਰੋਕਣ ਦੀ ਉਹਨੂੰ? ਹੁਣ ਸਵਾਲ ਪੁੱਛਦੇ ਹੋ ਉਹਨੂੰ? ਮੈਂ ਆਰਡਰ ਦਿੱਤਾ ਸੀ? ਕਾਂਗਰਸ ਦੀ ਗਵਰਨਮੈਂਟ ਅੱਜ ਵੀ ਤੁਹਾਡੇ ਸਟੇਟ ਦੇ ਵਿੱਚ ਹੈ, ਰੋਕ ਲਈ ਤੁਸੀਂ ਕਾਂਗਰਸ ਦੀ ਗਵਰਨਮੈਂਟ ਨੂੰ? ਕੀ ਗੱਲਾਂ ਕਰਦੇ ਹੋ ਤੁਸੀਂ? ਬਾਈਕਾਟ ਕਰਤਾ ਤੁਸੀਂ ਕਾਂਗਰਸ ਦਾ? ਕੀ ਕੀਤਾ? ਜਿਨ੍ਹਾਂ ਨਾਲ ਬਣਦਾ ਨਾ ਤੁਹਾਡਾ ਪੰਗੇ ਲੈਣਾ, ਉਹਨਾਂ ਨਾਲ ਪੰਗੇ ਲੈ ਕੇ ਦੱਸਿਆ ਕਰੋ। ਨਾਰਮਲ ਜਨਤਾ ਨਾਲ ਪੰਗੇ ਲੈਣਾ ਕੁਛ ਨਹੀਂ ਹੁੰਦਾ। ਗਰੋਥ ਕਰਨੀ ਹੈ ਨਾ, ਆਰਗੇਨਾਈਜ਼ ਔਰ ਸਿਸਟਮ 'ਚ ਰਹਿਣਾ ਸਿੱਖੋ। ਕੋਈ ਨਹੀਂ ਬੋਲੇਗਾ, ਖੁਸ਼ ਹੋ ਕੇ ਅਵਾਰਡ ਮਿਲਣਗੇ, ਅਸੀਂ ਆ ਕੇ ਤੁਹਾਡੇ ਗਲੇ 'ਚ ਹਾਰ ਪਾਵਾਂਗੇ। ਕਿ ਇਹ ਚੀਜ਼ ਨੇ, ਸਾਨੂੰ ਮਜਬੂਰ ਨਾ ਕਰੋ ਬੋਲਣ ਲਈ। ਓਕੇ।